ਬਚਿੰਤ ਕੌਰ ਦਾ ਅਗਲਾ ਲੇਖ ਹੈ ਜਸਵੰਤ ਸਿੰਘ ਕੰਵਲ ਤੇ ਇੱਕ ਪਾਠਕ। ਇੱਕ ਵਾਰੀ ਪ੍ਰੇਮ ਸਿੰਘ ਸੋਵੀਅਤ ਦੇਸ਼ ਵਾਲਿਆਂ ਦੇ ਘਰ ਇੱਕ ਛੋਟੀ ਜਿਹੀ ਸਾਹਿਤਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਾਹਿਤਕ ਸਭਾ 'ਚ 3 ਕਹਾਣੀਕਾਰਾਂ ਨੇ ਆਪਣੀਆਂ ਆਪਣੀਆਂ ਕਹਾਣੀਆਂ ਪੜ੍ਹਨੀਆਂ ਸਨ, ਜਿਨ੍ਹਾਂ 'ਚੋਂ ਇੱਕ ਨਾਮ ਮੇਰਾ ਵੀ ਸੀ। ਇਹ ਗੱਲ ਕੋਈ 30-35 ਵਰ੍ਹੇ ਪਹਿਲਾਂ ਦੀ ਹੈ, ਜਦੋਂ ਸੋਵੀਅਤ ਦੇਸ਼ ਭਾਵ ਰਸ਼ੀਆ ਆਪਣੀ ਪੂਰੀ ਤਾਕਤ ਵਿੱਚ ਸੀ ਤੇ ਭਾਰਤ ਨਾਲ ਇਹਦੀ ਗੂੜੀ ਮਿੱਤਰਤਾ ਬਣੀ ਹੋਈ ਸੀ, ਤਾਂ ਅਮਰੀਕਾ ਵੀ ਇਸ ਏਕਤਾ ਤੋਂ ਭੈ ਖਾਂਦਾ ਸੀ। ਉਸ ਸਮੇਂ ਮੈਂ ਕਿਸੇ ਵੀ ਸਭਾ ਸੁਸਾਇਟੀ 'ਚ ਜਾਣ ਤੋਂ ਬਹੁਤ ਕੰਨੀ ਕਤਰਾਉਂਦੀ ਸੀ, ਪਰ ਇਸ ਸਾਹਿਤਕ ਪ੍ਰੋਗਰਾਮ 'ਚ ਜਸਵੰਤ ਸਿੰਘ ਕੰਵਲ ਨਾਵਲਕਾਰ ਨੇ ਪ੍ਰਧਾਨਗੀ ਕਰਨੀ ਸੀ। ਇਸ ਲਈ ਮੈਂ ਬੜੇ ਚਾਅ ਨਾਲ ਆਪਣੇ ਦਫ਼ਤਰੋਂ ਸ਼ਾਰਟ ਲੀਵ ਲੈ ਕੇ ਰਾਜੌਰੀ ਗਾਰਡਨ ਪ੍ਰੇਮ ਸਿੰਘ ਦੇ ਘਰ 'ਚ ਖੁਸ਼ੀ ਪਹੁੰਚ ਗਈ ਕਿ ਮੈਂ ਆਪਣੇ ਪਸੰਦੀਦਾ ਨਾਵਲਕਾਰ ਕੰਵਲ ਜੀ ਨੂੰ ਮਿਲ ਸਕਾਂਗੀ। ਇਸ ਤੋਂ ਪਹਿਲਾਂ ਮੈਂ ਕੰਵਲ ਜੀ ਨੂੰ ਉਹਨਾਂ ਦੇ ਨਾਵਲਾਂ 'ਚੋਂ ਹੀ ਜਾਣਿਆ ਬੁੱਝਿਆ ਤੇ ਨਾਵਲ ਪੂਰਨਮਾਸ਼ੀ ਤੇ ਰੂਪਧਾਰਾ ਆਦਿ ਦੇ ਮਰਦ ਮੁੱਖ ਪਾਤਰਾਂ ਦੇ ਨਕਸ਼ਾਂ ਨਾਲ ਉਹਨਾਂ ਦੇ ਨੈਣ ਨਕਸ਼ ਮਿਲਾ ਕੇ ਦੇਖੇ ਸਨ। ਇਹ ਦੋਵੇਂ ਨਾਵਲ ਮੈਂ ਗਿਆਨੀ ਤੇ BA ਦੇ ਕੋਰਸਾਂ 'ਚ ਪੜ੍ਹੇ ਸਨ, ਜੋ ਪਾਠਕ ਨੂੰ ਕੀਲ ਕੇ ਰੱਖਣ ਦੀ ਸਮਰੱਥਾ ਰੱਖਦੇ ਸਨ। ਇਹਨਾਂ ਪਾਤਰਾਂ ਦੇ ਚਿਹਰਿਆਂ 'ਚੋਂ ਮੈਂ ਕੰਵਲ ਸਾਹਿਬ ਦਾ ਚਿਹਰਾ ਚਿਤਵਿਆ ਹੋਇਆ ਸੀ, ਜੋ ਅਕਸਰ ਪਾਠਕਾਂ ਨੂੰ ਲੱਗਦਾ ਹੁੰਦਾ ਹੈ। ਖੈਰ, ਪ੍ਰੇਮ ਸਿੰਘ ਸੋਵੀਅਤ ਦੇਸ਼ ਵਾਲਿਆਂ ਦੇ ਘਰ ਜੁੜੇ ਵਿਦਵਾਨਾਂ 'ਚ ਜੋ ਮੁੱਖ ਵਿਦਵਾਨ ਸਨ, ਉਹਨਾਂ 'ਚ ਡਾਕਟਰ ਵਣਜਾਰਾ ਸਿੰਘ ਬੇਦੀ, ਡਾਕਟਰ ਸਵਿੰਦਰ ਸਿੰਘ ਉੱਪਲ, ਡਾਕਟਰ ਕਰਨਜੀਤ ਸਿੰਘ ਤੇ ਇਕਬਾਲ ਦੀਪਾਦ। ਮੈਨੂੰ ਹੁਣ ਵੀ ਯਾਦ ਹੈ ਕੁਝ ਚਿਹਰੇ, ਪਰ ਕੁੱਲ ਮਿਲਾ ਕੇ 20-25 ਲੇਖਕ ਇਸ ਸਭਾ 'ਚ ਸ਼ਾਮਲ ਸਨ। ਮੇਰੇ ਪਹੁੰਚਣ ਤੋਂ ਪਹਿਲਾਂ ਹੀ ਜਸਵੰਤ ਸਿੰਘ ਕੰਵਲ ਸਾਹਿਬ ਉੱਥੇ ਪਹੁੰਚ ਚੁੱਕੇ ਸਨ। ਮੈਂ ਜਦੋਂ ਉਹਨਾਂ ਦੇ ਦੀਦਾਰ ਕੀਤੇ ਤਾਂ ਮੇਰੀ ਖੁਸ਼ੀ ਦੀ ਹੱਦ ਨਾ ਰਹੀ। ਮੈਂ ਸੋਚ ਰਹੀ ਸੀ ਕਿ ਅੱਜ ਦਾ ਦਿਨ ਮੇਰੇ ਲਈ ਇੱਕ ਖਾਸ ਦਿਨ ਹੈ ਤੇ ਮੈਂ ਇਸ ਤਰੀਕ ਨੂੰ ਆਪਣੀ ਡਾਇਰੀ 'ਚ ਨੋਟ ਕਰ ਲਿਆ ਸੀ। ਮਿਸਿਸ ਪ੍ਰੇਮ ਸਿੰਘ ਨੇ ਚਾਹ ਪਾਣੀ ਪਿਲਾਉਂਦਿਆਂ ਸਾਰੇ ਵਿਦਵਾਨਾਂ ਲੇਖਕਾਂ ਦੀ ਜਾਣ ਪਛਾਣ ਕੰਵਲ ਸਾਹਿਬ ਨਾਲ ਕਰਵਾਈ ਤੇ ਕਹਾਣੀਆਂ ਪੜ੍ਹਨ ਦਾ ਸਿਲਸਿਲਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਜਗਦੀਸ਼ ਕੌਸ਼ਿਕ ਨੇ ਆਪਣੀ ਕਹਾਣੀ ਪੜ੍ਹੀ, ਫਿਰ ਰਜਿੰਦਰ ਕੌਰ ਦੀ ਵਾਰੀ ਸੀ। ਸਭ ਤੋਂ ਪਿੱਛੋਂ ਮੈਨੂੰ ਕਹਾਣੀ ਪੜ੍ਹਨ ਲਈ ਕਿਹਾ ਗਿਆ। ਪਹਿਲੀਆਂ ਦੋਵੇਂ ਕਹਾਣੀਆਂ ਚੰਗੀਆਂ ਸਨ। ਮੈਂ ਜੱਗੋ ਤੱਕੀ 'ਚ ਫਸ ਗਈ। ਸੋਚ ਰਹੀ ਸੀ ਦੋਵਾਂ ਕਹਾਣੀਆਂ ਦੀ ਸਭ ਨੇ ਬਹੁਤ ਸ਼ਲਾਘਾ ਕੀਤੀ, ਹੁਣ ਮੇਰਾ ਕੀ ਹੋਊ। ਖੈਰ, ਮੈਂ ਥੋੜ੍ਹੀ ਹਿਚਕਚਾਹਟ ਨਾਲ ਆਪਣੀ ਕਹਾਣੀ ਦੁੱਖ ਨਿਵਾਰਨ ਪੜ੍ਹੀ। ਸਾਰੀ ਕਹਾਣੀ ਪੜ੍ਹੀ ਗਈ, ਕਿਸੇ ਨੇ ਹੁੰਗਾਰਾ ਤੱਕ ਨਾ ਭਰਿਆ। ਤੇ ਜਦੋਂ ਕਹਾਣੀ ਦਾ ਅੰਤ ਆਇਆ ਤਾਂ ਮੇਰੀ ਨਜ਼ਰ ਅਚਾਨਕ ਕੰਵਲ ਸਾਹਿਬ ਦੇ ਚਿਹਰੇ ਵੱਲ ਗਈ। ਅੰਤ ਕਹਾਣੀ ਦਾ ਇਹ ਸੀ ਕਿ ਬਿਰਧ ਫੌਜੀ ਗੁਰਦੁਆਰਾ ਦੁੱਖ ਨਿਵਾਰਨ ਜਾਣ ਦੀ ਬਜਾਏ 2 ਆਨੇ ਪੈਂਚਰ ਲਾਉਣ ਵਾਲੇ ਮੁੰਡੇ ਨੂੰ ਦੇ ਕੇ ਆਪਣੇ ਘਰ ਵੱਲ ਨੂੰ ਮੁੜ ਗਿਆ ਸੀ। ਵਾਹ 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 ਵਾਹ, ਹਰ ਪੱਖੋਂ ਕਹਾਣੀ ਬਹੁਤ ਵਧੀਆ ਹੈ। ਇਹ ਸ਼ਬਦ ਕੰਵਲ ਸਾਹਿਬ ਦੇ ਸੀ। ਇਹਦੇ ਨਾਲ ਹੀ ਸਾਰੇ ਸਰੋਤਿਆਂ ਨੇ ਉੱਚੀ ਉੱਚੀ ਤਾੜੀਆਂ ਮਾਰਦਿਆਂ ਜਿਵੇਂ ਪੂਰਾ ਕਮਰਾ ਗੁੰਜਾਤਾ ਹੋਵੇ। ਬਹੁਤ ਖੂਬਸੂਰਤ ਕਹਾਣੀ ਸੀ ਬਚਿੰਤ ਕੌਰ ਹੋਣਾ ਦੀ, ਤੇ ਜੋ ਅੰਤ ਇਹਨਾਂ ਨੇ ਕੀਤਾ ਇਹੀ ਹੋਣਾ ਚਾਹੀਦਾ ਸੀ। ਡਾਕਟਰ ਵਣਜਾਰਾ ਬੇਦੀ, ਜੋ ਮੇਰੇ ਪ੍ਰੋਫੈਸਰ ਵੀ ਰਹਿ ਚੁੱਕੇ ਸਨ, ਕਹਾਣੀ ਦੀ ਬੇਹੱਦ ਤਾਰੀਫ ਕਰ ਰਹੇ ਸਨ। ਮਿਸਿਸ ਪ੍ਰੇਮ ਸਿੰਘ, ਜੋ ਉਸ ਸਮੇਂ ਦਿੱਲੀ ਦੇ ਰਾਜਪੁਰ ਰੋਡ 'ਤੇ ਸਥਿਤ ਇੱਕ ਕਾਲਜ ਇੰਦਰਪ੍ਰਸਥ ਵਿੱਚ BA ਕਲਾਸ ਨੂੰ ਪੰਜਾਬੀ ਪੜ੍ਹਾਉਂਦੇ ਸੀ, ਉਹ ਵੀ ਬਹੁਤ ਤਾਰੀਫ ਕਰ ਰਹੇ ਸੀ। ਕਹਾਣੀ ਦੁੱਖ ਨਿਵਾਰਨ ਵਰਗੀ ਕਹਾਣੀ ਪੰਜਾਬੀ ਸਾਹਿਤ 'ਚ ਪਹਿਲਾਂ ਕਦੇ ਨਹੀਂ ਲਿਖੀ ਗਈ। ਉਹਨਾਂ ਦੇ ਸ਼ਬਦ ਮੇਰੇ ਲਈ ਬਹੁਤ ਵੱਡੀ ਖੁਸ਼ੀ ਸਨ, ਖਾਸ ਕਰਕੇ ਮੇਰੀ ਕਲਮ ਦਾ ਉਤਸ਼ਾਹ ਵੀ। ਮੇਰੀ ਸੂਝ ਅਨੁਸਾਰ ਉਹਨਾਂ ਨੇ ਮੇਰੀ ਕਲਮ ਨੂੰ ਇੱਕ ਅਸੀਸ ਦਿੱਤੀ ਸੀ। ਮੈਂ ਖੁਸ਼ੀ 'ਚ ਪਾਗਲ ਜੀ ਹੋਈ ਜਸਵੰਤ ਸਿੰਘ ਕੰਵਲ ਹੋਣਾ ਵੱਲ ਚੁੱਪਚਾਪ ਇੱਕੋ ਟੱਕ ਵੇਖ ਰਹੀ ਸੀ ਤੇ ਮੇਰਾ ਜੀ ਚਾਹ ਰਿਹਾ ਸੀ ਬਹੁਤ ਸਾਰੇ ਸਵਾਲਾਂ ਦਾ, ਜੋ ਹੜ ਮੇਰੇ ਮਨ 'ਚ ਉਸ ਵੇਲੇ ਉਮੜ ਰਿਹਾ ਹੈ। ਉਹ ਸਾਰੇ ਸਵਾਲ ਅੱਜ ਆਪਣੇ ਮਨ ਭਾਉਂਦੇ ਨਾਵਲਕਾਰ ਜਸਵੰਤ ਸਿੰਘ ਨੂੰ ਕਰਾਂ। ਉਹਨਾਂ ਦੇ ਨਾਵਲ ਰੂਪਧਾਰਾ ਬਾਰੇ, ਪੂਰਨਮਾਸ਼ੀ ਬਾਰੇ ਤੇ ਉਹਨਾਂ ਦੀਆਂ ਕਹਾਣੀਆਂ ਬਾਰੇ। ਪਰ ਸਮਾਂ ਤੇ ਵਾਤਾਵਰਨ ਦੋਵੇਂ ਮੈਨੂੰ ਇਜਾਜ਼ਤ ਨਹੀਂ ਸਨ ਦੇ ਰਹੇ, ਸੋ ਮੈਂ ਦਿਲ ਦੀਆਂ ਦਿਲ 'ਚ ਲਈ ਖੁਸ਼ੀ ਆਪਣੇ ਘਰ ਜਨਕਪੁਰੀ ਪਹੁੰਚੀ। ਆਪਣੇ ਪਤੀ ਸਰਦਾਰ ਸਾਧੂ ਸਿੰਘ ਜੀ ਨੂੰ ਇਸ ਮੀਟਿੰਗ ਦੀ ਸਾਰੀ ਕਾਰਵਾਈ ਤੇ ਆਪਣੀ ਕਹਾਣੀ ਦੀ ਤਾਰੀਫ ਬਾਰੇ ਦੱਸਿਆ। ਮਨ ਹੀ ਮਨ ਖੁਸ਼ ਹੋਏ ਤੇ ਬੋਲੇ, ਚਲੋ ਫਿਰ ਜਸ਼ਨ ਮਨਾਇਆ ਜਾਏ। ਤੁਸੀਂ ਨਹੀਂ ਜਾਣਦੇ ਜਸਵੰਤ ਸਿੰਘ ਕੰਵਲ ਸਾਹਿਬ ਪੰਜਾਬੀ ਸਾਹਿਤ 'ਚ ਕਿੰਨੇ ਵੱਡੇ ਨਾਵਲਕਾਰ ਹੈ। ਨਾਨਕ ਸਿੰਘ ਤੋਂ ਪਿੱਛੋਂ ਜੇ ਕੋਈ ਨਾਵਲਕਾਰ ਪੰਜਾਬੀ ਸਾਹਿਤ 'ਚ ਪਾਠਕਾਂ ਦੇ ਮਨਾਂ 'ਚ ਘਰ ਕਰ ਸਕਿਆ ਤੇ ਉਹ ਹੈ ਜਸਵੰਤ ਸਿੰਘ ਕੰਵਲ। ਅੱਜ ਉਹਨਾਂ ਨੂੰ ਮੇਰੀ ਕਹਾਣੀ ਬਹੁਤ ਪਸੰਦ ਆਈ ਹੈ। ਮੈਂ ਐਡੇ ਵੱਡੇ ਲੇਖਕ ਨੂੰ ਮਿਲ ਕੇ ਆਈ ਹਾਂ, ਸੱਚਮੁੱਚ ਮੈਂ ਬਹੁਤ ਖੁਸ਼ ਹਾਂ। ਅੱਛਾ, ਉਹਨਾਂ ਨੇ ਵਿਅੰਗ ਜਿਹਾ ਕੱਸਿਆ। ਤੇਰੀ ਅਮਰਤਾ ਦੀਦੀ ਦੇ ਨਾਲੋਂ ਵੀ ਵੱਡਾ ਲੇਖਕ ਹੈ ਜਸਵੰਤ ਸਿੰਘ ਕੰਵਲ। ਅਮਰਤਾ ਜੀ ਤਾਂ ਖੈਰ ਕਹਿਣਾ ਹੀ ਕੀ, ਪਰ ਅੱਜ ਨਾਵਲਕਾਰ ਦੇ ਤੌਰ 'ਤੇ ਹੋਰ ਕੋਈ ਸਾਨੀ ਨਹੀਂ ਕੰਵਲ ਸਾਹਿਬ ਦਾ। ਮੈਂ ਬੇਵੱਸ ਆਪਣੀ ਖੁਸ਼ੀ 'ਚ ਫੁੱਲੀ ਨਹੀਂ ਸੀ ਸਮਾ ਰਹੀ। ਤਾਂ ਮੇਰੇ ਹਸਬੈਂਡ ਬੋਲੇ, ਠੀਕ ਹੈ, ਤੇਰੀ ਅਮਰਤਾ ਦੀਦੀ ਦਾ ਫੋਨ ਆਇਆ ਸੀ, ਤੂੰ ਕੋਈ ਕਹਾਣੀ ਭੇਜੀ ਹੋਏਗੀ ਮੇਮਣਾ ਨਾਂ ਦੀ,
ਉਸ ਬਾਰੇ ਗੱਲ ਕਰਨੀ ਸੀ। ਸ਼ਾਇਦ ਪਹਿਲਾਂ ਉਹਨਾਂ ਨੂੰ ਫ਼ੋਨ ਕਰ ਲਿਆ। ਅੱਜ ਮੇਰੇ ਹਸਬੈਂਡ ਅਮਰਤਾ ਜੀ ਨਾਲ ਗੱਲ ਕਰਕੇ ਮੈਥੋਂ ਵੀ ਵੱਡੀ ਖੁਸ਼ੀ ਹਾਸਲ ਕਰੀ ਬੈਠੇ ਸੀ। ਉਹਨਾਂ ਦੀ ਇਹ ਪਹਿਲੀ ਵਾਰ ਗੱਲ ਹੋਈ ਸੀ ਅਮਰਤਾ ਜੀ ਨਾਲ, ਜਿਨ੍ਹਾਂ ਲੇਖਕਾਂ ਨੂੰ ਅਸੀਂ ਪਾਠਕਾਂ ਦੇ ਤੌਰ 'ਤੇ ਪੜ੍ਹਿਆ ਹੁੰਦਾ ਜਾਂ ਵਿਦਿਆਰਥੀ ਜੀਵਨ 'ਚ ਕੋਰਸਾਂ ਦੀਆਂ ਕਿਤਾਬਾਂ 'ਚ ਵਿਚਾਰਿਆ ਹੁੰਦਾ। ਉਹਨਾਂ ਨੂੰ ਮਿਲ ਕੇ ਪਾਠਕ ਕਿੰਨਾ ਖੁਸ਼ ਹੁੰਦਾ, ਇਸ ਗੱਲ ਦਾ ਅੰਦਾਜ਼ਾ ਮੈਨੂੰ ਅੱਜ ਪਹਿਲੀ ਵਾਰ ਜਸਵੰਤ ਸਿੰਘ ਕੰਵਲ ਸਾਹਿਬ ਨੂੰ ਮਿਲ ਕੇ ਹੋਇਆ ਸੀ। ਐਸੀਆਂ ਮੁਲਾਕਾਤਾਂ ਵੀ ਮਨ ਦੀ ਬਹੁਤ ਵੱਡੀ ਤ੍ਰਿਪਤੀ ਕੀਤੀਆਂ ਜਾ ਸਕਦੀਆਂ। 2 ਕੁ ਮਹੀਨਿਆਂ ਪਿੱਛੋਂ ਕੰਵਲ ਸਾਹਿਬ ਅਚਾਨਕ ਹੀ ਮੈਨੂੰ ਆਰਸੀ ਵਾਲਿਆਂ ਕੋਲ ਪਾਪਾ ਪ੍ਰੀਤਮ ਸਿੰਘ ਦੇ ਦਫ਼ਤਰ ਬੈਠੇ ਮਿਲ ਗਏ। ਪਾਪਾ ਜੀ ਕੋਲ ਉਹਨਾਂ ਨੇ ਫਿਰ ਮੇਰੀ ਕਹਾਣੀ ਦੀ ਤਾਰੀਫ ਕੀਤੀ। ਮੈਂ ਕਾਫੀ ਦੇਰ ਉਹਨਾਂ ਕੋਲ ਬੈਠਣ ਪਿੱਛੋਂ ਆਪਣੇ ਘਰ ਜਾਣ ਦੀ ਬੇਨਤੀ ਕੀਤੀ। ਨਾਲ ਮੇਰੇ ਡਾਕਟਰ ਬੰਜਾਰਾ ਬੇਦੀ ਜੀ ਸੀ। ਉਹਨਾਂ ਨੇ ਵੀ ਕਿਹਾ ਪਹਿਲਾਂ ਰਾਜੌਰੀ ਗਾਰਡਨ ਚੱਲਣਾ, ਫਿਰ ਆਪਾਂ ਜਨਕਪੁਰੀ ਚੱਲਾਂਗੇ। ਪਰ ਕੰਵਲ ਸਾਹਿਬ ਨੇ ਸੁਝਾਅ ਦਿੱਤਾ 2 ਘਰਾਂ 'ਚ ਜਾਣਾ ਮੁਸ਼ਕਿਲ ਹੈ, ਇੱਕੋ ਥਾਂ ਇਕੱਠੇ ਬੈਠ ਜਾਂਦੇ ਹਾਂ। ਫੈਸਲਾ ਹੋਇਆ ਪਹਿਲਾਂ ਜਨਕਪੁਰੀ ਸਾਡੇ ਘਰ ਚਲਿਆ ਜਾਵੇ। ਮੈਂ ਚਾਂਦਨੀ ਚੌਂਕ ਤੋਂ 1 ਫਿਰ 2 ਫਿਰ 3-4 ਬੱਸਾਂ ਬਦਲ ਕੇ ਅਸੀਂ ਤਿੰਨੇ ਜਣੇ ਜਨਕਪੁਰੀ ਸਾਡੇ ਘਰ ਪਹੁੰਚੇ। ਤੇ ਜਦੋਂ ਕੰਵਲ ਸਾਹਿਬ ਨੇ ਸਾਡੇ ਘਰ ਦੀ ਦੇਹਲੀ ਅੰਦਰ ਪੈਰ ਪਾਇਆ, ਮੈਨੂੰ ਲੱਗਿਆ ਇਹ ਘਰ ਅੱਜ ਇੱਕ ਨਵਾਂ ਇਤਿਹਾਸ ਸਿਰਜ ਰਿਹਾ। ਅੱਜ ਤੋਂ ਪਹਿਲਾਂ ਇਸ ਘਰ 'ਚ ਦਿੱਲੀ ਦੇ ਵਸਨੀਕ ਲੇਖਕ ਤਾਂ ਸਾਰੇ ਹੀ ਆ ਚੁੱਕੇ ਸੀ। ਉਦੋਂ ਗਾਏ ਬਗਾਏ ਸਾਡੇ ਘਰ ਵੀ ਬਹੁਤ ਸਾਰੀਆਂ ਸਾਹਿਤਕ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਸਨ। ਅਮਰਤਾ ਪ੍ਰੀਤਮ ਤੇ ਕਰਤਾਰ ਸਿੰਘ ਦੁੱਗਲ ਤੋਂ ਬਿਨਾਂ ਦਿੱਲੀ ਦਾ ਹੋਰ ਕੋਈ ਵੀ ਐਸਾ ਲੇਖਕ ਨਹੀਂ ਸੀ ਜੋ ਇਸ ਘਰ 'ਚ ਹੋਏ ਕਿਸੇ ਸਾਹਿਤਕ ਸਮਾਗਮ 'ਚ ਭਾਗ ਲੈਣ ਨਾ ਆਇਆ ਹੋਵੇ। ਦਿੱਲੀ 'ਚ ਵੀ ਇੱਕ ਲੇਖਕ ਕਰਤਾਰ ਸਿੰਘ ਕੰਵਲ ਸਨ, ਪਰ ਅੱਜ ਤਾਂ ਪੰਜਾਬ ਵਾਲੇ ਜਸਵੰਤ ਸਿੰਘ ਕੰਵਲ ਆਏ ਸਨ। ਮੈਂ ਆਪਣੇ ਮਨ 'ਚ ਆਏ ਮੋਹ ਭਰੇ ਹੜ੍ਹ ਨੂੰ ਰੋਕਦਿਆਂ ਕੁਝ ਸਵਾਲ ਜਵਾਬ ਕੰਵਲ ਸਾਹਿਬ ਨਾਲ ਕਰ ਹੀ ਲਏ, ਜਿਨ੍ਹਾਂ 'ਚੋਂ ਕੁਝ ਇਹ ਹਨ। ਕੰਵਲ ਸਾਹਿਬ, ਤੁਸੀਂ ਕੋਈ ਲਿਖਣ ਲਈ ਜਗ੍ਹਾ ਨਿਸ਼ਚਿਤ ਕੀਤੀ ਹੋਈ ਹੈ? ਨਹੀਂ, ਪਰ ਮੈਂ ਅਕਸਰ ਘਰ ਤੋਂ ਬਾਹਰ ਜਾ ਕੇ ਲਿਖਦਾ। ਬਾਹਰ ਕਿੱਥੇ? ਜਿੱਥੇ ਵੀ ਸ਼ਾਂਤੀ ਹੋਵੇ, ਮੈਨੂੰ ਕੋਈ ਆਉਂਦਾ ਜਾਂਦਾ ਡਿਸਟਰਬ ਨਾ ਕਰੇ। ਐਸੀ ਥਾਂ ਕਿਹੜੀ ਹੋ ਸਕਦੀ ਹੈ? ਐਸੀ ਇੱਕ ਥਾਂ ਜਿੱਥੇ ਮੈਨੂੰ ਕੋਈ ਤੰਗ ਨਹੀਂ ਕਰਦਾ। ਇਹ ਥਾਂ ਇੰਨੀ ਸ਼ਾਂਤ ਹੈ ਕਿ ਕੋਈ ਪਰਿੰਦਾ ਵੀ ਉੱਥੇ ਪਰ ਨਹੀਂ ਮਾਰਦਾ। ਮੈਂ ਜਾਣਨਾ ਚਾਹੁੰਦੀ ਹਾਂ ਕਿਉਂਕਿ ਮੇਰੇ ਕੋਲ ਵੀ ਲਿਖਣ ਲਈ ਕੋਈ ਨਿਸ਼ਚਿਤ ਜਗ੍ਹਾ ਨਹੀਂ। ਕਦੇ ਮੈਂ ਕੋਠੇ 'ਤੇ ਜਾ ਕੇ ਲਿਖਦੀ ਹਾਂ, ਕਦੇ ਰਾਤ ਸਮੇਂ ਬਾਥਰੂਮ ਬੰਦ ਕਰਕੇ ਬਹਿ ਜਾਂਦੀ ਹਾਂ। ਪਰ ਐਸੀ ਮੇਰੇ ਕੋਲ ਕੋਈ ਖਾਸ ਥਾਂ ਨਹੀਂ ਜਿੱਥੇ ਮੇਰੀ ਕੁਰਸੀ 'ਤੇ ਲਿਖਣ ਵਾਲਾ ਮੇਜ਼ 'ਤੇ ਸਿਰਫ ਕਾਗਜ਼ ਤੇ ਕਲਮ ਹੀ ਮੇਰੇ ਕੋਲ ਹੋਣ। ਮੇਰੀ ਉਹ ਥਾਂ ਸਿਰਫ ਮੇਰੇ ਲਈ ਹੋਵੇ। ਅਤੇ ਤੁਸੀਂ ਐਸੀ ਕਿਹੜੀ ਥਾਂ 'ਤੇ ਬੈਠ ਕੇ ਲਿਖਦੇ ਹੋ? ਤੁਸੀਂ ਉੱਥੇ ਤੱਕ ਨਹੀਂ ਅੱਪੜ ਸਕਦੇ। ਤੁਸੀਂ ਘਰ ਦੀ ਛੱਤ 'ਤੇ ਬੈਠ ਕੇ ਹੀ ਲਿਖੋ, ਖੁੱਲ੍ਹੀ ਹਵਾ ਵੀ ਆਉਂਦੀ ਹੈ, ਕਮਲ ਜੀ ਨੇ ਦੱਸਿਆ। ਪਰ ਤੁਸੀਂ ਆਪਣੀ ਉਸ ਖਾਸ ਥਾਂ ਬਾਰੇ ਸਾਨੂੰ ਨਹੀਂ ਦੱਸੋਗੇ? ਐਸੀ ਨਾ ਦੱਸਣ ਵਾਲੀ ਕੋਈ ਗੱਲ ਨਹੀਂ ਬਚਿੰਤ ਕੌਰ। ਦਰਅਸਲ ਮੈਂ ਆਪਣੇ ਕਈ ਨਾਵਲ ਮੜੀਆਂ 'ਚ ਬੈਠ ਕੇ ਲਿਖੇ ਹੈ। ਉਹੀ ਇੱਕ ਅਜਿਹੀ ਥਾਂ ਹੈ ਮੇਰੇ ਪਿੰਡ ਜਿੱਥੇ ਮੈਨੂੰ ਕੋਈ ਪਰੇਸ਼ਾਨ ਨਹੀਂ ਕਰਦਾ। ਚਾਰੋਂ ਤਰਫ ਚੁੱਪਚਾਪ ਤੇ ਪੂਰਨ ਸ਼ਾਂਤੀ ਹੁੰਦੀ ਹੈ। ਤੁਹਾਨੂੰ ਭੈ ਨਹੀਂ ਆਉਂਦਾ? ਭੈ ਕਾਹਦਾ? ਕੋਈ ਮੁਰਦਾ ਉੱਠ ਕੇ ਮੇਰੇ ਕੋਲ ਨਹੀਂ ਆਉਂਦਾ, ਨਾ ਕੋਈ ਪੰਛੀ ਉੱਥੇ ਨੇੜੇ ਤੇੜੇ ਹੁੰਦਾ ਹੈ। ਮੈਂ ਕੰਵਲ ਸਾਹਿਬ ਦਾ ਇਹ ਉੱਤਰ ਸੁਣ ਕੇ ਬਹੁਤ ਹੈਰਾਨ ਹੋਈ। ਸਾਡੇ ਕੋਲ ਬੈਠੇ ਡਾਕਟਰ ਬੰਜਾਰਾ ਬੇਦੀ ਵੀ ਕੰਵਲ ਸਾਹਿਬ ਦੀ ਇਸ ਗੱਲ ਉੱਤੇ ਬੜੇ ਅਚੰਭੇ 'ਚ ਪੈ ਗਏ। ਤੂੰ ਆਪ ਹੀ ਬੋਲੇ, ਬਈ ਮੈਂ ਤਾਂ ਆਪਣੇ ਸੌਣ ਵਾਲੇ ਪਲੰਘ 'ਤੇ ਬੈਠ ਕੇ ਹੀ ਲਿਖਦਾ। ਉੱਥੇ ਬੈਠ ਕੇ ਰੋਟੀ ਟੁੱਕ ਖਾਨਾ, ਉੱਥੇ ਮੇਰੇ ਕੋਲ ਆਇਆ ਗਿਆ ਬੈਠਦਾ ਹੈ, ਉੱਥੇ ਮੇਰੀ ਪਤਨੀ ਮੇਰੇ ਨਾਲ ਹੁੰਦੀ ਹੈ। ਭਾਵ ਤੁਹਾਡਾ ਬੈੱਡਰੂਮ ਵੀ ਉਹੀ ਪਲੰਘ ਹੈ, ਡਰਾਇੰਗ ਰੂਮ ਵੀ ਉਹੀ ਹੈ ਜਿੱਥੇ ਮਹਿਮਾਨ ਵੀ ਆ ਕੇ ਬੈਠ ਜਾਂਦੇ ਹੈ, ਉਹੀ ਤੁਹਾਡਾ ਡਾਈਨਿੰਗ ਟੇਬਲ ਵੀ ਹੈ। ਕੰਵਲ ਸਾਹਿਬ ਇੱਕੋ ਵਾਰੀ ਕਿੰਨਾ ਕੁਝ ਬੰਜਾਰਾ ਬੇਦੀ ਸਾਹਿਬ ਨੂੰ ਕਹਿ ਗਏ ਅਤੇ ਫਿਰ ਮੁਸਕਰੀਆਂ ਹੱਸਣ ਲੱਗੇ। ਹਾਂ ਕੰਵਲ ਸਾਹਿਬ, ਮੈਂ ਤਾਂ ਉਸੇ ਕਾਵਾਂ ਰੌਲੀ 'ਚ ਬੈਠਾ ਹੀ ਆਪਣੀ ਕਲਮ ਚਲਾਈ ਜਾਂਦਾ। ਮੈਂ ਬੇਦੀ ਸਾਹਿਬ ਦੀ ਗੱਲ ਉੱਤੇ ਹੋਰ ਵੀ ਹੈਰਾਨ ਹੋਈ। ਇੰਨੇ ਰੌਲੇ ਰੱਪੇ 'ਚ ਭਲਾ ਕਿਵੇਂ ਲਿਖਿਆ ਜਾਂਦਾ ਹੋਏਗਾ? ਮੈਨੂੰ ਤਾਂ ਲਿਖਣ ਸਮੇਂ ਹਰ ਪਾਸੇ ਚੁੱਪ ਦਾ ਪਹਿਰਾ ਚਾਹੀਦਾ ਹੁੰਦਾ। ਅਤੇ ਅਸੀਂ ਤਿੰਨੇ ਆਪਣੀ ਆਪਣੀ ਲਿਖਣ ਪ੍ਰਕਿਰਿਆ ਦੇ ਅਨੁਭਵ ਪਤਾ ਨਹੀਂ ਕਿੰਨਾ ਚਿਰ ਹੋਰ ਸਾਂਝੇ ਕਰਦੇ ਰਹਿੰਦੇ ਜੇ ਬਾਹਰਲੇ ਦਰਵਾਜ਼ੇ ਦੀ ਘੰਟੀ ਟਨ 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 ਨਾ ਵੱਜਦੀ। ਹਨੇਰੇ ਨੇ ਆਪਣੀ ਬੁੱਕਲ ਪੂਰੀ ਤਰ੍ਹਾਂ ਪਸਾਰ ਲਈ ਸੀ ਅਤੇ ਡਾਕਟਰ ਬੰਜਾਰਾ ਬੇਦੀ ਨੇ ਕੰਵਲ ਸਾਹਿਬ ਨੂੰ ਸ਼ਾਮ ਦੇ ਖਾਣੇ ਦੀ ਦਾਵਤ 'ਤੇ ਆਪਣੇ ਘਰ ਰਾਜੌਰੀ ਗਾਰਡਨ ਲੈ ਕੇ ਜਾਣਾ ਸੀ। ਉਹ ਦੋਵੇਂ ਆਪਣੀਆਂ ਆਪਣੀਆਂ ਘੜੀਆਂ ਦੇਖਦੇ ਹੋਏ ਜਾਣ ਲਈ ਤਿਆਰ ਹੋ ਗਏ। ਇਉਂ ਸਾਡੀ ਅਤੀ ਸੁਖਾਂਤ ਮੁਲਾਕਾਤ ਮਿੰਟਾਂ 'ਚ ਹੀ ਆਪਣਾ ਅਗਲਾ ਮੋੜ ਮੁੜ ਗਈ ਸੀ। ਧੰਨਵਾਦ।